ਫਲੋਰ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਫਲੋਰ ਲਾਈਵ ਦਾ ਇੱਕ ਪ੍ਰੋਗਰਾਮ ਚੱਲਦਾ ਖਾਸ ਮੁਲਾਕਾਤ, ਅਸੀਂ ਫਲੋਰ ਏਰੀਏ ਦੇ ਜਿਹੜਾ ਵਿਧਾਨ ਸਭਾ ਏਰੀਆ ਉਹਦੇ ਇੱਕ ਪ੍ਰੋਮੀਨੈਂਟ ਪਰਸਨ ਦੀ ਤੁਹਾਡੇ ਨਾਲ ਗੱਲ ਕਰਾਉਂਦੇ ਹਾਂ। ਅੱਜ ਸਾਡੇ ਨਾਲ ਇਸੇ ਲੜੀ ਦੇ ਵਿੱਚ ਸਰਦਾਰ ਦਮਨਵੀਰ ਸਿੰਘ ਜੀ ਫਲੋਰ ਪਹੁੰਚੇ ਨੇ, ਜਿਨ੍ਹਾਂ ਨਾਲ ਅੱਜ ਅਸੀਂ ਆਉਣ ਵਾਲੇ ਜਿਹੜੇ 2022 ਦੇ ਇਲੈਕਸ਼ਨ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਅਤੇ ਉਹਨਾਂ ਬਾਰੇ ਉਹਨਾਂ ਦੇ ਵਿਚਾਰ ਵੀ ਸੁਣਾਂਗੇ ਕਿ ਉਹਨਾਂ ਦੇ ਕੀ ਵਿਚਾਰ ਨੇ ਜਿਹੜੇ ਆਉਣ ਵਾਲੇ 2022 ਦੇ ਇਲੈਕਸ਼ਨ ਨੇ। ਸਤਿ ਸ਼੍ਰੀ ਅਕਾਲ ਦਮਨ ਜੀ। ਸਤਿ ਸ਼੍ਰੀ ਅਕਾਲ ਜੀ ਸ਼ਰਮਾ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਅਤੇ ਫਲੋਰ ਲਾਈਵ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਦਮਨ ਜੀ, 2022 ਦੇ ਇਲੈਕਸ਼ਨ ਆਉਣ ਵਾਲੇ ਨੇ। ਫਲੋਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਫਲੋਰ ਵਿਧਾਨ ਸਭਾ 'ਚ ਅਜੇ ਸਿਰਫ 2 ਕੈਂਡੀਡੇਟ ਹੀ ਅਨਾਊਂਸ ਨੇ। ਇੱਕ ਅਕਾਲੀ ਬਸਪਾ ਵਾਲਿਆਂ ਨੇ ਕੀਤਾ, ਦੂਸਰਾ ਆਮ ਪਾਰਟੀ ਨੇ ਕੀਤਾ। ਕਾਂਗਰਸ ਇਸ ਪਿਛੜਦੀ ਨਜ਼ਰ ਆ ਰਹੀ ਹੈ, ਕਿਉਂਕਿ ਤੁਸੀਂ ਹੁਣ ਕਾਂਗਰਸ ਦੇ ਆਗੂ ਅੱਜ ਦੀ ਡੇਟ ਕੀ ਕਾਰਨ ਹੋ ਸਕਦੇ ਨੇ ਕਿ ਕਾਂਗਰਸ ਅਜੇ ਤੱਕ ਆਪਣਾ ਕੈਂਡੀਡੇਟ ਕਿਉਂ ਨਹੀਂ ਘੋਸ਼ਿਤ ਕਰ ਰਹੀ? ਕੋਈ ਵੀ ਕੈਂਡੀਡੇਟ ਪੰਜਾਬ ਦਾ ਮੈंने ਅਜੇ ਤੱਕ ਘੋਸ਼ਿਤ ਨਹੀਂ ਕੀਤਾ। ਯਾਨੀ ਕਿ ਕੀ ਲੱਗਦਾ ਕਿ ਕਦ ਤੱਕ ਇਹ ਜਿਹੜੇ ਕੈਂਡੀਡੇਟ ਦੀ ਲਿਸਟ ਹੈ ਉਹ ਬਾਹਰ ਆ ਸਕਦੀ ਹੈ? ਦੇਖੋ, ਹਰ ਪਾਰਟੀ ਦਾ ਇੱਕ ਪ੍ਰੋਸੈਸ ਹੁੰਦਾ ਜੀ ਕੰਮ ਕਰਨ ਦਾ, ਵੀ ਕਿਸ ਤਰ੍ਹਾਂ ਉਹਨਾਂ ਨੇ ਸਿਲੈਕਸ਼ਨ ਆਫ ਕੈਂਡੀਡੇਟਸ ਕਰਨੇ ਹੈ। ਸੋ ਉਹਦੇ ਮੱਦੇਨਜ਼ਰ ਜੇ ਆਪਾਂ ਕਰੀਏ ਬਾਦਲ ਪਰਿਵਾਰ ਦੀ ਗੱਲ, ਤਾਂ ਉਹ ਤਾਂ ਮੈਨੂੰ ਯਾਦ ਹੈ ਕਿ ਕੋਈ ਕੋਰ ਕਮੇਟੀ ਨਹੀਂ ਕਿਸੇ ਸਮੇਂ ਅਕਾਲੀ ਦਲ ਦਾ ਜਿਹੜਾ ਕੋਈ ਵੀ ਜੇ ਡਿਸੀਜ਼ਨ ਲਿਆ ਜਾਣਾ ਹੁੰਦਾ ਸੀ ਤਾਂ ਉਹ ਇੱਕ ਸਭਾ ਦੇ ਵਿੱਚ ਇੱਕ ਕਮੇਟੀ ਦੇ ਵਿੱਚ ਲਿਆ ਜਾਂਦਾ ਸੀ। ਪਰ ਮੈਨੂੰ ਯਾਦ ਹੈ ਕਿ ਪਹਿਲੀ ਦਿਨ ਹੀ ਸੁਖਬੀਰ ਜੀ ਗਏ ਇਕੱਲੇ ਹੀ ਜਲਾਲਾਬਾਦ, ਪਹਿਲਾ ਕੈਂਡੀਡੇਟ ਮੈਂ ਅਨਾਊਂਸ ਕਰਤਾ ਜਲਾਲਾਬਾਦ, ਆਪਣੀ ਟਿਕਟ ਆਪੇ ਅਨਾਊਂਸ ਕਰਿਆ ਏ। ਕੋਈ ਸਿਧਾਂਤ ਨਹੀਂ, ਕੋਈ ਪ੍ਰੋਸੈਸ ਨਹੀਂ, ਕੋਈ ਸਿਲੈਕਸ਼ਨ ਕ੍ਰਾਈਟੀਰੀਆ ਨਹੀਂ, ਕੋਈ ਪੋਲੀਟੀਕਲ ਅਫੇਅਰਸ ਕਮੇਟੀ ਦਾ, ਕੋਈ ਪਾਰਲੀਮੈਂਟਰੀ ਅਫੇਅਰਸ ਕਮੇਟੀ ਦੀ ਕੋਈ ਤਵੱਜੋ ਨਹੀਂ, ਕੋਈ ਵੈਲਿਊ ਨਹੀਂ, ਕੋਈ ਵਜਨ ਨਹੀਂ, ਕੋਈ ਕੋਰ ਕਮੇਟੀ ਦਾ ਵਜਨ ਨਹੀਂ। ਸੋ ਇਸ ਕਰਕੇ ਉਹਨਾਂ ਨੂੰ ਤਾਂ ਕੋਈ ਔਖਾ ਹੀ ਨਹੀਂ। ਉਹਨਾਂ ਨੇ ਆਪਣਾ ਜਿੱਦਾਂ ਇੱਕ ਪਰਿਵਾਰ ਵਾਲੀ ਗੱਲ ਹੈ, ਅਕਾਲੀ ਦਲ ਜਿਹੜੀ ਅਕਾਲੀ ਦਲ ਦੀ ਸੋਚ ਨੂੰ, ਅਕਾਲੀ ਦਲ ਦੇ ਕਾਡਰ ਨੂੰ ਹਾਈਜੈਕ ਕਰਕੇ ਪਰਿਵਾਰ ਨੂੰ ਪ੍ਰਮੋਟ ਕਰਨ ਲਈ ਪਹਿਲਾਂ ਆਪਣੇ ਆਪ ਨੂੰ ਕੈਂਡੀਡੇਟ ਅਨਾਊਂਸ ਕਰ ਲਿਆ, ਫਿਰ ਆਪਣੇ ਨਾਲ ਜਿਹੜੇ ਹੋਰ ਮਾਫੀਆ ਦੇ ਪੰਚਰ ਕੈਂਡੀਡੇਟ ਸੀ ਉਹਨਾਂ ਨੂੰ ਅਨਾਊਂਸ ਕਰ ਲਿਆ। ਸੋ ਉਹਨਾਂ ਦਾ ਤਰੀਕਾ ਹੈ। ਜਿੱਥੇ ਆਮ ਆਦਮੀ ਦੀ ਗੱਲ ਹੈ, ਉਹਨਾਂ ਨੇ ਕੋਈ ਦਿੱਲੀ ਬੈਠ ਕੇ ਉਹਨਾਂ ਦੇ ਸਿਲੈਕਸ਼ਨ ਕ੍ਰਾਈਟੀਰੀਆਜ਼ ਨੇ, ਮੈਨੂੰ ਉਹਦੇ ਬਾਰੇ ਜ਼ਿਆਦਾ ਇਲਮ ਨਹੀਂ ਕਿਉਂਕਿ ਪਾਰਟੀ ਨਵੀਂ ਹੈ ਹਜੇ। ਸੋ ਉਹਨਾਂ ਦਾ ਆਪਦਾ ਕ੍ਰਾਈਟੀਰੀਆ, ਅਤੇ ਕਾਂਗਰਸ ਆਪਣੇ ਪ੍ਰੋਸੈਸ ਦੇ ਵਿੱਚ ਲੱਗੀ ਹੋਈ ਹੈ। ਇੱਕ ਚੌਥੀ ਪਾਰਟੀ ਹੁਣ ਮਹਾਗਠਬੰਧਨ ਜਿਹੜਾ NDA ਬਣਿਆ ਹੈ ਉਹ ਵੀ ਲੱਗੀ ਹੋਈ ਹੈ। ਸੋ ਹੁਣ ਆਪਦਾ ਪ੍ਰੋਸੈਸ ਹੈ ਜੀ, ਆਪਦਾ ਇਹਨਾਂ ਨੇ ਜਿਸ ਤਰ੍ਹਾਂ ਵੀ ਕਰਨਾ ਹੈ ਉਹ ਲੱਗੇ ਹੋਏ ਆ। ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਜਾਏਗੀ। ਗੱਲ ਕਰੀਏ ਫਲੋਰ ਵਿਧਾਨ ਸਭਾ ਦੀ, ਕਾਂਗਰਸ ਪਾਰਟੀ ਲੰਬੇ ਸਮੇਂ ਤੋਂ ਜਿੱਤ ਤੋਂ ਵਾਂਝੀ ਹੈ। 3 ਵਿਧਾਨ ਸਭਾ ਜਿਹੜੀਆਂ 2007, 12 ਅਤੇ 17 ਲਗਾਤਾਰ ਹਾਰ ਚੁੱਕੀ ਹੈ, ਜਦ ਕਿ ਜਦੋਂ ਉਹਨਾਂ ਦੇ ਪੰਚ, ਸਰਪੰਚ ਜਾਂ ਜ਼ਿਲ੍ਹਾ ਪਰਿਸ਼ਦਾਂ ਸਾਰੀਆਂ ਕਾਂਗਰਸ ਵੱਲੋਂ ਜਿੱਤੀਆਂ ਜਾਂਦੀਆਂ। ਕੀ ਕਾਰਨ ਹੈ ਕਿ ਕਾਂਗਰਸ ਜਿਵੇਂ ਕਿ ਇੱਥੇ ਆ ਕੇ ਇਹ ਜਿਹੜੀ MLA ਦੀ ਸੀਟ ਹੈ ਜਾਂ ਵਿਧਾਇਕ ਦੀ ਸੀਟ ਆ ਉੱਥੇ ਆ ਕੇ ਕਿੱਦਾਂ ਬ੍ਰੇਕ ਲੱਗ ਜਾਂਦੀ ਹੈ? ਦੇਖੋ, ਇਹਦੇ ਵਿੱਚ ਜਿਹੜੀ ਗੱਲ ਦੇਖਣ ਵਾਲੀ ਹੈ ਬਹੁਤ ਵੱਡੀ, ਵੀ ਨਾ ਤਾਂ ਲੋਕਾਂ ਦੇ ਵਿੱਚ ਕੋਈ ਕਮੀ ਹੈ, ਨਾ ਹੀ ਜਿਹੜਾ ਕਾਂਗਰਸ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਕੋਈ ਕਮੀ ਹੈ, ਨਾ ਜਿਹੜੇ ਇੱਥੋਂ ਕਾਂਗਰਸ ਦੇ ਲੀਡਰ ਸਾਹਿਬਾਨ ਨੇ ਉਹਨਾਂ ਦੇ ਵਿੱਚ ਕੋਈ ਕਮੀ ਹੈ। ਇਹ ਕਮੀ ਹੈ ਤਾਂ ਮੈਂ ਜੋ ਸਮਝਦਾ, ਮੇਰੀ ਪਰਸਨਲ ਰਾਏ ਹੈ, ਤਾਂ ਸਾਡੇ ਭਰਾਵਾਂ ਦੇ ਵਿੱਚ ਹੀ ਹੋ ਸਕਦੀ ਹੈ। ਬਈ ਕਿਸੇ ਸਮੇਂ ਚਲੋ ਅਸੀਂ ਫਲੋਰ ਸਾਹਿਬ ਅਕਾਲੀ ਦਲ ਤੋਂ ਲੜਦੇ ਹੁੰਦੇ ਸੀ ਅਤੇ ਕਾਂਗਰਸ ਤੋਂ ਸਾਡੇ ਜੋ ਇਸ ਵੇਲੇ ਸਰਪ੍ਰਸਤ ਨੇ ਉਹ ਲੜਦੇ ਹੁੰਦੇ ਸੀ, ਅਤੇ MP ਸਾਹਿਬ, ਅਤੇ ਚਲੋ ਉਹਨਾਂ ਨਾਲ ਹਾਰ ਜਿੱਤ ਹੋ ਜਾਂਦੀ ਸੀ ਤਾਂ ਇੱਕ ਅਲੱਗ ਗੱਲ ਸੀ ਕਿ ਫਲੋਰ ਸਾਹਿਬ ਪੁਰਾਣੇ ਬੰਦੇ ਆ, ਇੱਥੋਂ ਪੁਰਾਣਾ ਉਹਨਾਂ ਦਾ ਇਸ ਧਰਤੀ ਨਾਲ ਜੁੜੇ ਹੋਏ ਆ, ਇਸ ਧਰਤੀ ਦੇ ਰਹਿਣ ਵਾਲੇ ਆ, ਫਲੋਰ ਹਲਕੇ ਦੇ ਵਸਨੀਕ ਹੈ, ਵੀ ਇਹਨਾਂ ਨੇ ਬਾਹਰੋਂ ਚੱਲ ਕੇ ਆਏ ਆ ਜੀ, ਬਾਹਰਲੇ ਕੈਂਡੀਡੇਟ ਆ, ਕੋਈ ਇੱਦਾਂ ਦੇ ਮੁੱਦੇ ਬਣ ਜਾਂਦੇ ਆ। ਪਰ ਉਸ ਤੋਂ ਬਾਅਦ ਵੀ ਜਿਵੇਂ ਤੁਸੀਂ ਗੱਲ ਆਖੀ ਹੈ ਬਈ 20 ਸਾਲ ਦੀ ਰਾਜਨੀਤੀ ਤੋਂ ਬਾਅਦ ਵੀ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਉਹ ਜਗ੍ਹਾ ਨਹੀਂ ਬਣਾ ਸਕੇ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਵੀ ਜਿਹੜਾ ਨਵੇਂ ਨਿਊ ਕਮਰ ਸੀਗੇ, ਜਿਹੜੇ ਨਵੇਂ ਮੁੰਡੇ ਆਏ ਸੀ, ਉਹ ਜਿਹੜੀ ਕੋਈ ਕਿਸੇ ਪਾਰਟੀ ਨੇ ਉਹਨਾਂ ਨੂੰ ਕਿਸੇ ਤਰੀਕੇ ਪ੍ਰਮੋਟ ਕੀਤਾ ਸੀ, ਉਹਨਾਂ ਤੋਂ ਵੀ ਜਿਹੜੀ ਇਹਨਾਂ ਨੇ ਸ਼ਿਕਸਤ ਖਾ ਲਈ। ਇਹ ਬੜਾ ਵੱਡਾ ਪੁਆਇੰਟ ਹੈ ਦੇਖਣ ਵਾਲਾ। ਹਾਂ, ਇਹਦੇ ਵਿੱਚ
ਬਣੇ ਮੈਂ ਬੜੀ ਅਹਿਮ ਕਹਾਂਗਾ ਗੱਲ ਕਿ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ, ਨਾ ਕਾਂਗਰਸ ਪਾਰਟੀ ਦੇ ਕਿਸੇ ਲੀਡਰ ਦੇ ਵਿੱਚ ਕਮੀ ਹੈ, ਨਾ ਟੀਮ ਦੇ ਵਿੱਚ ਕਮੀ ਹੈ। ਜੇ ਗਲਤੀ ਹੈ ਤਾਂ ਸਾਨੂੰ ਆਪਣੀ ਮੰਨਣੀ ਚਾਹੀਦੀ ਹੈ, ਕਿਉਂਕਿ ਜਿਹੜਾ ਲੀਡਰ ਹੁੰਦਾ, ਜਿਹੜਾ ਕਪਤਾਨ ਹੁੰਦਾ, ਉਹ ਟੀਮ ਨੂੰ ਜਿਹੜਾ ਲੀਡ ਕਰਦਾ ਹੈ, ਤੇ ਹਾਰ ਵੀ ਉਹਦੇ ਜ਼ਿੰਮੇ ਲੱਗਦੀ ਹੈ ਤੇ ਜਿੱਤ ਵੀ ਉਹਦੇ ਜ਼ਿੰਮੇ ਹੀ ਲੱਗਣੀ ਚਾਹੀਦੀ ਹੈ। ਬਹੁਤ ਲੰਬੇ ਸਮੇਂ ਤੋਂ ਤੁਹਾਡੇ ਪਿਤਾ ਜੀ ਫਲੋਰ ਤੋਂ ਇਲੈਕਸ਼ਨ ਲੜਦੇ ਆਏ। 2 ਪਰਿਵਾਰ ਸੀ, ਤੁਹਾਡਾ ਪਰਿਵਾਰ ਸੀ ਸਾਹਮਣੇ, ਕਾਂਗਰਸ ਦੇ ਚੌਧਰੀ ਪਰਿਵਾਰ ਸੀ। ਤੁਹਾਡੇ ਫਾਦਰ ਸਾਹਿਬ 8 ਮਹਿਕਮਿਆਂ ਦੇ ਕੈਬਨਿਟ ਮੰਤਰੀ ਰਹੇ। ਚਲੋ ਸਮਾਂ ਬਦਲਿਆ, ਪਾਰਟੀ ਤੁਸੀਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ। ਪਿਛਲੇ ਮੇਰੇ ਖਿਆਲ 7 ਸਾਲ ਤੋਂ ਤੁਸੀਂ ਕਾਂਗਰਸ ਦੇ ਵਿੱਚ ਸੇਵਾ ਵੀ ਕਰ ਰਹੇ ਹੋ, ਤੇ ਪਿਛਲੀ ਵਾਰੀ ਵੀ ਇਹੀ ਉਮੀਦ ਸੀਗੀ ਕਿ ਸ਼ਾਇਦ ਸਰਵਨ ਸਿੰਘ ਜੀ ਨੂੰ ਟਿਕਟ ਫਲੋਰ ਤੋਂ ਮਿਲ ਜਾਏਗੀ, ਔਰ ਐਤਕੀ ਵੀ ਇਹੀ ਕਿਆਸ ਲਗਾਏ ਜਾ ਰਹੇ ਆ ਕਿ ਜਾਣੀ ਕਿ ਜਿਹੜਾ 8 ਉਮੀਦਵਾਰਾਂ ਨੇ ਕਾਂਗਰਸ ਦੀ ਟਿਕਟਾਂ ਲਈ ਅਪਲਾਈ ਕੀਤਾ, ਉਹਨਾਂ 'ਚ ਜਿਹੜੀਆਂ ਮੇਜਰ 2 ਨੇ, ਇੱਕ ਚੌਧਰੀ ਵਿਕਰਮਜੀਤ ਜੀ ਤੇ ਦੂਸਰੇ ਪਾਸੇ ਤੁਹਾਡੇ ਪਿਤਾ ਜੀ ਦੇ ਵੀ ਨਾਮ ਆ ਰਿਹਾ, ਤੇ ਦੋਨਾਂ ਦੇ ਵਿੱਚ ਜਿਹੜੀ ਹੈ ਕਸ਼ਮਕਸ਼ ਚੱਲ ਰਹੀ ਹੈ। ਕੀ ਤੁਹਾਨੂੰ ਲੱਗਦਾ ਨਹੀਂ ਕਿ ਕਾਂਗਰਸ ਪਾਰਟੀ ਨੂੰ ਇਹ ਕਸ਼ਮਕਸ਼ ਖਤਮ ਕਰਕੇ ਆਪਣਾ ਜਿਹੜਾ ਫਲੋਰ ਦੀ ਸੀਟ ਨੂੰ ਸੇਫ ਕਰਨ ਲਈ ਜਲਦੀ ਤੋਂ ਜਲਦੀ ਇੱਕ ਪਾਸੇ ਕਿਨਾਰਾ ਕਰ ਲੈਣਾ ਚਾਹੀਦਾ, ਕੋਈ ਇੱਕ ਬੰਦੇ ਨੂੰ ਕਲੀਅਰ ਕਰ ਦੇਣਾ ਚਾਹੀਦਾ? ਦੇਖੋ, ਜਿਹੜੇ ਵੀ ਸਾਡੇ ਸਾਥੀਆਂ ਨੇ ਜਿਹੜਾ ਨੋਮੀਨੇਸ਼ਨ ਭਰੇ ਹੈ ਟਿਕਟ ਵਾਸਤੇ, ਮੇਰੇ ਸਾਰੇ ਹੀ ਸਤਿਕਾਰਯੋਗ ਹੈ। ਸਾਡੇ ਬੜੇ ਆਪਸ 'ਚ ਗੂੜੇ ਰਿਸ਼ਤੇ ਹੈ, ਕਿਉਂਕਿ ਸਾਰੇ ਹੀ ਜਿਹੜੇ ਆ ਫਲੋਰ ਹਲਕੇ ਦੇ ਪੁਰਾਣੇ ਵਸਨੀਕ ਹੈ, ਫਲੋਰ ਹਲਕੇ ਦੇ ਉਹਨਾਂ ਦੇ ਪਿੰਡਾਂ ਨਾਲ ਉਹਨਾਂ ਦੀਆਂ ਜੜ੍ਹਾਂ ਆ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੌਜੂਦ ਹੈ, ਉੱਥੋਂ ਦੇ ਰਹਿਣ ਵਾਲੇ ਆ। ਇਹ ਗੱਲ ਜ਼ਰੂਰ ਹੈ ਕਿ ਜਿਹੜੀ ਤੁਸੀਂ ਕਹੀ ਹੈ ਵੀ ਜੋ ਚੌਧਰੀ ਪਰਿਵਾਰ ਹੈ, ਹਾਲਾਂਕਿ ਉਹ ਕਰਤਾਰਪੁਰ ਹਲਕੇ ਤੋਂ ਉੱਠ ਕੇ ਆਏ ਹੈ, ਪਰ ਕਾਫੀ ਸਮੇਂ ਤੋਂ ਚਲੋ ਇੱਥੇ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਸਕੀਏ। ਪਰ ਜਿਹੜਾ ਪ੍ਰੋਸੈਸ ਆ, ਜਿਹੜਾ ਤੁਸੀਂ ਗੱਲ ਕੀਤੀ ਆ ਵੀ ਹਜੇ ਪਿਛਲੀ ਵਾਰ ਵੀ ਇਹ ਕਿਆਸ ਰਾਈਆਂ ਸੀ, ਹੁਣ ਵੀ ਇਹ ਕਿਆਸ ਰਾਈਆਂ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪ੍ਰੋਸੈਸ ਹੈ ਉਹ ਕਾਫੀ ਐਂਡ ਸਟੇਜ 'ਤੇ ਆ ਹੁਣ ਕਾਂਗਰਸ ਪਾਰਟੀ ਦਾ, ਜਿੰਨਾ ਕੁ ਮੈਨੂੰ ਇਲਮ ਹੈ। ਤੇ ਮੈਨੂੰ ਲੱਗਦਾ 1-2 ਦਿਨ 'ਚ ਸ਼ਾਇਦ ਇਹ ਕਲੈਰਿਟੀ ਆ ਜਾਏ ਤੇ ਜੋ ਫੈਸਲਾ ਪਾਰਟੀ ਦਾ ਆ ਉਹ ਲੋਕਾਂ ਦੇ ਅੱਗੇ ਜ਼ਰੂਰ ਆ ਜਾਏਗਾ। ਬਾਕੀ ਲੋਕਾਂ ਨੇ ਫੈਸਲਾ ਕਰਨਾ ਹੁੰਦਾ, ਕਿਉਂਕਿ ਜਿਹੜਾ ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਆ, ਲੀਡਰ ਵੱਡੇ ਨਹੀਂ ਹੁੰਦੇ, ਤੇ ਉਹਨਾਂ ਦੇ ਫੈਸਲੇ ਨੂੰ ਖੜੇ ਮਿੱਥੇ ਜਿਹੜਾ ਆ ਉਹ ਸਵੀਕਾਰ ਵੀ ਕਰਨਾ ਚਾਹੀਦਾ। ਸੋ ਫੈਸਲਾ ਤਾਂ ਲੋਕਾਂ ਨੇ ਕਰਨਾ। ਸਰ, ਅਗਰ ਤੁਹਾਡੇ ਪਿਤਾ ਜੀ ਸਰਵਨ ਸਿੰਘ ਜੀ ਨੂੰ ਟਿਕਟ ਮਿਲਦੀ ਹੈ ਫਲੋਰ ਤੋਂ, ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਕਾਂਗਰਸ ਦਾ ਦੂਜਾ ਧਿਰਾ ਉਹ ਤੁਹਾਡੀ ਸਪੋਰਟ 'ਚ ਆਏਗਾ? ਦੇਖੋ, ਫਲੋਰ ਸਾਹਿਬ ਪਿਛਲੀ ਵਾਰੀ ਵੀ ਨਹੀਂ ਸੀ ਲੜਨਾ ਚਾਹੁੰਦੇ, ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦਿਆਂ। ਪਰ ਉਸ ਸਮੇਂ ਜਿਹੜਾ ਮਾਨਯੋਗ CM ਸਾਹਿਬ ਸੀਗੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਹਨਾਂ ਨੇ ਬੜਾ ਪ੍ਰੈਸ਼ਰ ਦੇ ਕੇ ਆਖਿਆ ਵੀ ਮੈਂ ਤੁਹਾਨੂੰ ਲੜਾਉਣਾ ਹੀ ਲੜਾਉਣਾ ਹੈ। ਉਹਨਾਂ ਆਖਿਆ ਸੀ ਵੀ ਮੈਨੂੰ ਲੜਾਓ ਨਾ, ਮੈਂ ਹੁਣ ਬਹੁਤ ਚਿਰ ਸੇਵਾ ਕਰ ਲਈ, ਕਿਉਂਕਿ 6 ਵਾਰੀ ਵਿਧਾਇਕ ਬਣਾ ਦੇਣਾ ਲੋਕਾਂ ਦਾ, ਪਰਮਾਤਮਾ ਦੀ ਕਿਰਪਾ ਨਾਲ ਬਣ ਜਾਣਾ, ਤਾਂ ਉਹ ਇੱਕ ਸੈਟਿਸਫਾਈਡ ਸੀਗੇ। ਉਹ ਆਪਣੇ ਆਪ ਤੋਂ ਕਹਿੰਦੇ ਸੀ ਵੀ ਮੈਂ ਇੱਥੇ ਬਾਹਰ ਰਹਿ ਕੇ ਲੋਕਾਂ ਦੀ ਜਿਹੜੀ ਸੇਵਾ ਕਰਾਂਗਾ। ਪਰ ਉਸ ਸਮੇਂ ਵੀ ਕੈਪਟਨ ਸਾਹਿਬ ਨੇ ਆਖਿਆ ਵੀ ਜਿਹੜਾ ਤੁਸੀਂ ਲੜਨਾ ਹੀ ਲੜਨਾ, ਮੈਂ ਤੁਹਾਨੂੰ ਲੜਾਉਣਾ ਹੀ ਲੜਾਉਣਾ, ਕਿਉਂਕਿ ਮੈਂ ਤੁਹਾਡੇ ਨਾਲ ਬਰਨਾਲਾ ਗਵਰਨਮੈਂਟ ਦੇ ਵਿੱਚ ਕੁਲੀਗ ਰਿਹਾ, ਮੇਰੇ ਕੋਲੇ ਵੀ ਮਹਿਕਮਾ ਸੀ, ਤੁਸੀਂ ਵੀ ਵਜ਼ੀਰ ਸੀ, ਤੇ ਮੈਂ ਤੁਹਾਡਾ ਕੰਮ ਦੇਖਿਆ, ਇਸ ਕਰਕੇ ਮੈਂ ਤੁਹਾਨੂੰ ਲੜਾਉਣਾ ਹੈ। ਫਿਰ ਉਹਨਾਂ ਦੀ ਗੱਲ ਨੂੰ ਟਾਲ ਨਾ ਸਕੇ ਤੇ ਉਦੋਂ ਕਾਂਗਰਸ ਨੇ ਫਿਰ ਸਾਨੂੰ ਜਿਹੜਾ ਆ ਕੈਪਟਨ ਸਾਹਿਬ ਨੇ, ਕਾਂਗਰਸ ਨੇ ਸਾਨੂੰ ਐਕਸੈਪਟ ਕੀਤਾ ਤੇ ਸਾਨੂੰ ਕਮਿਟ ਕੀਤਾ ਸੀਗਾ। ਪਰ ਚਲੋ ਕੋਈ ਹਾਲਾਤ ਬਦਲ ਗਏ। ਇਸ ਵਾਰ ਵੀ ਜਿਹੜਾ ਹੈਗਾ ਆ ਉਹ ਸਿਰਫ ਇਸ ਕਰਕੇ ਆ ਵੀ ਜਿਹੜਾ ਇਸ ਹਲਕੇ ਦੇ ਵਿੱਚ ਜੋ ਹਾਲਾਤ ਹੈ ਲੋਕਾਂ ਦੇ, ਜਿਨ੍ਹਾਂ ਹਾਲਾਤਾਂ ਦੇ ਵਿੱਚ ਅੱਜ ਸਾਡੇ ਲੋਕ ਜਿਹੜੇ ਇਨਸਿਕਿਉਰ ਫੀਲ ਕਰ ਰਹੇ ਆ, ਸਾਡੇ ਸਰੋਤ ਲੁੱਟੇ ਜਾ ਰਹੇ ਆ, ਸਾਡੇ ਸਕੂਲਾਂ ਦੇ ਸਾਹਮਣੇ ਨਸ਼ਾ ਵੇਚਣ ਵਾਲੇ ਖੜੇ ਆ, ਸਾਡੀਆਂ ਜਿਹੜੀਆਂ ਧੀਆਂ ਭੈਣਾਂ ਆ ਉਹਨਾਂ ਦੀ ਕੋਈ ਪੁਲਿਸ ਵੱਲੋਂ ਕੋਈ ਇੱਜ਼ਤ ਨਹੀਂ ਦਿੱਤੀ ਜਾ ਰਹੀ, ਸਾਡਾ ਰੇਤਾ ਨਿੱਜੀ ਹੱਥਾਂ ਦੇ ਵਿੱਚ ਚਲਾ ਗਿਆ, ਸਾਡੇ RO ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਪਾਣੀ ਮੁਹੱਈਆ ਹੋਣਾ ਸੀ, ਟਾਈਲਾਂ, ਇਹਨਾਂ ਸਾਰਿਆਂ ਦੇ ਵਿੱਚ ਬਹੁਤ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ, ਤੇ ਜਿਹੜੇ ਸਰਪ੍ਰਸਤੀ ਕਰਨ ਵਾਲੇ ਸੀ ਉਹ ਜੇਬਾਂ ਭਰਦੇ ਰਹੇ, ਤੇ ਜਿਨ੍ਹਾਂ ਨੂੰ ਲੋਕਾਂ ਨੇ ਮਾਣ ਦਿੱਤਾ ਸੀ ਤੇ ਇਹ ਸਮਝਿਆ ਸੀ ਵੀ ਇਹ ਅਸਲ ਅਕਾਲੀ ਹੋਣਗੇ, ਕਿਉਂਕਿ ਅਕਾਲੀ ਤਾਂ ਲੋਕਾਂ ਵਾਸਤੇ ਲੜਦੇ ਹੁੰਦੇ ਆ, ਉਹਨਾਂ ਦਾ ਆਪਣਾ ਕੋਈ ਬੈਨੀਫਿਟ ਨਹੀਂ ਹੁੰਦਾ, ਉਹਨਾਂ ਨੇ ਆਪਣੇ ਕੋਈ 5 ਸਟਾਰ ਹੋਟਲ ਨਹੀਂ ਬਣਾਉਣੇ ਹੁੰਦੇ। ਉਹਨਾਂ ਨੂੰ ਵਿਸ਼ਵਾਸ ਕਰਦੇ ਹੋਏ ਵੀ ਸ਼ਾਇਦ ਇਹਨਾਂ ਨੂੰ MLA ਬਣਾ ਕੇ ਦੇਖ ਲਓ ਵੀ ਸ਼ਾਇਦ ਇਹ ਅਕਾਲੀ ਹੋਣਗੇ,
ਪਰ ਉਹ ਅਕਾਲੀ ਨਹੀਂ ਨਿਕਲੇ, ਉਹ ਵੀ ਚੁੱਪੀ ਵੱਟ ਕੇ ਉਹਨਾਂ ਦਾ ਸਾਥ ਦਿੰਦੇ ਰਹੇ। ਸੋ ਉਹਨਾਂ ਚੀਜ਼ਾਂ ਨੂੰ, ਫਲੋਰ ਨੂੰ ਇਹਨਾਂ ਚੋਰਾਂ ਠੱਗਾਂ ਤੋਂ ਬਚਾਉਣ ਵਾਸਤੇ ਇੱਕ ਵਾਰੀ ਫੇਰ ਪਰਿਵਾਰ ਨੇ ਫੈਸਲਾ ਕੀਤਾ, ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਬਈ ਜੇ ਅਕਾਲ ਪੁਰਖ ਕਿਰਪਾ ਕਰਨਗੇ ਤਾਂ ਫਲੋਰ ਹਲਕੇ ਦੇ ਵਿੱਚ ਇੱਕ ਵਾਰ ਦੁਬਾਰਾ ਜਿਹੜਾ ਜਸਟਿਸ ਦਾ ਸੂਰਜ ਹੈ ਉਹਨੂੰ ਦੁਬਾਰਾ ਉਜਾਗਰ ਕਰਨ ਵਾਸਤੇ ਇੱਕ ਵਾਰੀ ਫੇਰ ਮੈਦਾਨ ਦੇ ਵਿੱਚ ਆਵਾਂਗੇ। ਕਿਉਂਕਿ ਕਹਿੰਦੇ ਆ ਨਾ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਜੇ ਸਾਨੂੰ ਰਾਜ ਧਰਮ ਚਲਾਉਣਾ ਜਾਂ ਕਿਸੇ ਗਰੀਬ ਗੁਰਬੇ ਦੀ ਮਦਦ ਕਰਨੀ ਹੈ ਜਾਂ ਆਪਣੇ ਏਰੀਏ ਦੀ ਡਿਵੈਲਪਮੈਂਟ ਕਰਨੀ ਹੈ ਤੇ ਉਹਦੇ ਵਾਸਤੇ ਰਾਜ ਲੈਣਾ ਵੀ ਜ਼ਰੂਰੀ ਹੈ। ਜਿਸ ਤਰ੍ਹਾਂ ਤੁਸੀਂ ਦੂਸਰੀ ਪਾਰਟੀਆਂ ਤੇ ਆਰੋਪ ਲਗਾਉਂਦੇ ਹੋ, ਤੁਹਾਡੇ ਤੇ ਵੀ ਖੁਦ ਤੇ ਵੀ ਆਰੋਪ ਲੱਗਦੇ। ਜਿਸ ਤਰ੍ਹਾਂ ਤੁਹਾਡੇ ਖਿਲਾਫ ਇੱਕ ਪਿੱਛੇ ਜੇ ਈਡੀ ਦੀ ਕੋਈ ਜਾਂਚ ਚੱਲ ਰਹੀ ਸੀ, ਜਿਹੜਾ ਮੇਨ ਜਿਹੜੇ ਤੁਹਾਡੇ ਤੇ ਆਰੋਪ ਇੱਕੋ ਹੀ ਹੈ ਕਿ ਤੁਸੀਂ ਈਡੀ ਦੇ ਵਿੱਚ ਉਸ ਟਾਈਮ ਜਿਹੜਾ ਨਸ਼ਿਆਂ ਦਾ ਇੱਕ ਚੱਲੀ ਸੀ, ਡਰੱਗ ਦੇ ਉੱਪਰ ਕੇਸ ਚੱਲਿਆ, ਜਿਹਦਾ ਨਿਰੰਜਨ ਜੀ ਜਿਹੜੇ ਅਸਿਸਟੈਂਟ ਕਮਿਸ਼ਨਰ ਆਫ ਈਡੀ ਸੀਗੇ ਉਸ ਟਾਈਮ ਚੱਲਿਆ, ਕਾਫੀ ਦੇਰ ਤੁਹਾਡੇ ਤੇ ਦੋਸ਼। ਉਹ ਚਲੋ ਤੁਸੀਂ ਉਹਦੇ ਬਾਰੇ ਕੀ ਕਲੈਰੀਫਿਕੇਸ਼ਨ ਦੇਣੇ ਚਾਹੁੰਦੇ ਹੋ? ਕਲੈਰੀਫਾਈ ਤਾਂ ਹੁਣ ਏਜੰਸੀਆਂ ਹੀ ਕਰ ਚੁੱਕੀਆਂ, ਹੁਣ ਤਾਂ ਕੋਰਟਾਂ ਨੇ ਕਲੈਰੀਫਾਈ ਕਰ ਦਿੱਤਾ। ਮੈਂ ਵਾਰ-ਵਾਰ ਉਹ ਆਪਣੇ ਮੂੰਹੋਂ ਕਹਾਂ ਤਾਂ ਮੈਨੂੰ ਇਹ ਲੱਗਦਾ ਕਈ ਵਾਰੀ ਵੀ ਮੈਂ ਸਫਾਈ ਪੇਸ਼ ਨਹੀਂ ਜਿਹੜੇ ਵਿਰੋਧੀ ਧਿਰ ਆ ਉਹ ਤੁਹਾਡੇ ਤੇ ਸਿਰਫ ਇੱਕੋ ਹੀ ਇਹੀ ਦੋਸ਼ ਆ ਤੁਹਾਡੇ ਤੇ ਲਗਾ। ਮੇਰੀ ਬੇਨਤੀ ਸੁਣੋ। ਦੂਜਾ, ਇਹ ਲੋਕ ਨਹੀਂ, ਲੋਕਾਂ ਨੂੰ ਸਭ ਪਤਾ ਹੈ, ਇਹ ਲੋਕਾਂ ਦਾ ਮੁੱਦਾ ਨਹੀਂ ਵੀ ਲੋਕ ਮੇਰੇ ਤੇ ਕੁਐਸਚਨ ਨਹੀਂ ਕਰਦੇ ਨਾ ਸਾਡੇ ਤੇ ਉਹਨਾਂ ਨੇ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਕੋਲੇ ਕੀ ਹੈ ਜਾਂ ਕਿਵੇਂ ਹੈ ਜਾਂ ਸਾਡੇ ਸੁਭਾਅ ਕੀ ਹੈ ਜਾਂ ਸਾਡਾ ਵਤੀਰਾ ਕੀ ਹੈ, ਉਹਨਾਂ ਨੂੰ ਸਭ ਪਤਾ ਹੈ। ਦੂਜੀ ਗੱਲ, ਜਿਹੜਾ ਵਿਰੋਧੀ ਧਿਰ ਹੈ, ਚਾਹੇ ਉਹ ਸਾਡੀ ਪਾਰਟੀ 'ਚ ਹੈ ਚਾਹੇ ਦੂਜੀ ਪਾਰਟੀਆਂ 'ਚ ਨੇ, ਤਾਂ ਉਹਨਾਂ ਦਾ ਜਿਹੜਾ ਆ ਸਾਡੇ ਉੱਤੇ ਇਹੋ ਜਿਹੇ ਮੁੱਦੇ ਨੂੰ ਲੈ ਕੇ ਕੁਐਸਚਨ ਕਰਨਾ ਠੀਕ ਹੈ, ਕਿਉਂਕਿ ਸਿਆਸੀ ਲੜਾਈ ਹੁੰਦੀ ਆ, ਕਰਨਾ ਵੀ ਚਾਹੀਦਾ। ਪਰ ਮੈਂ ਇਹ ਕਹਿਣਾ ਵੀ ਜਿਹੜਾ ਉਹ ਕੁਐਸਚਨ ਆ ਨਾ, ਕੋਈ ਉਹਦਾ ਆਧਾਰ ਲੈ ਕੇ ਵੀ ਲੋਕਾਂ ਦੇ ਵਿੱਚ ਆਉਣ ਵੀ ਆ ਫਲਾਨੀ FIR ਦੇ ਵਿੱਚ ਦਮਨਵੀਰ ਸਿੰਘ ਫਲੋਰ ਦਾ ਨਾਮ ਸੀ, ਜਿਵੇਂ ਆ ਵੱਡੇ ਵੱਡੇ ਲੀਡਰਾਂ ਦੇ ਹੁਣ ਨਾਮ ਆ ਰਹੇ, ਕੋਈ FIR ਤਾਂ ਦਿਖਾਉਣ ਜਿਹਦੇ 'ਚ ਕੋਈ ਰਿਕਵਰੀ ਹੋਈ ਵੀ ਮੇਰੇ ਕੋਲੇ ਕੀ ਸੀਗਾ ਕੀ ਨਹੀਂ। ਸੋ ਮੈਨੂੰ ਤਾਂ ਹੁਣ ਕਈ ਵਾਰੀ ਆਪਦੇ ਆਪ ਨੂੰ ਸ਼ਰਮ ਜਿਹੀ ਆਉਂਦੀ ਮੈਂ ਕੀ ਸਫਾਈਆਂ ਦਿਆਂ, ਕਿਉਂਕਿ ਹੁਣ ਇੰਨਾ ਸਾਲ ਦਾ 2014 ਦਾ ਕੇਸ ਹੈ, ਹੁਣ 4 ਸ਼ੀਟਾਂ ਪੇਸ਼ ਹੋ ਗਈਆਂ, ਉਹ ਅਫੀਸ਼ੀਅਲ ਡਾਕੂਮੈਂਟ ਬਣ ਗਏ ਵੀ ਸਾਡੇ ਕੋਲ ਕੀ ਸੀ ਕੀ ਨਹੀਂ ਹੈ, ਕੋਰਟਾਂ 'ਚ ਚਲੇ ਗਈਆਂ, ਭਾਰਤ ਦੀ ਸਭ ਤੋਂ ਉੱਚ ਅਦਾਲਤ ਦੇ ਵਿੱਚ ਚਲੇ ਗਿਆ ਮਾਮਲਾ। ਸੋ ਇਹ ਸਾਰੀਆਂ ਗੱਲਾਂ ਹੁਣ ਲੋਕਾਂ ਦੇ ਸਾਹਮਣੇ ਆ, ਸਰਕਾਰਾਂ ਦੇ ਸਾਹਮਣੇ ਆ, ਚਿੱਠੇ ਸਭ ਕੋਈ ਮੈਂ ਲੁਕੋ ਨਹੀਂ ਸਕਦਾ ਹੁਣ ਜਿਹੜੀ ਵੀ ਗੱਲ ਸੀ। ਸੋ ਮੇਰੇ ਕਹਿਣ ਦਾ ਭਾਵ ਇਹ ਆ ਵੀ ਮੈਂ ਕੋਈ ਇੱਦਾਂ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ ਹੈ ਤਾਂ ਜਾਇਜ਼ ਕਰਨੀ ਚਾਹੀਦੀ ਹੈ, ਪਰ ਕੋਈ ਸਬੂਤ ਜ਼ਰੂਰ ਲੈ ਕੇ ਆਉਣ ਵੀ ਮੇਰੇ ਖਿਲਾਫ ਕੋਈ FIR ਹੈ ਜੀ, ਕੋਈ ਮੇਰੀ ਕਿਸੇ ਨਾਲ ਕੋਈ ਸਾਂਝ ਸੀ ਜੀ। ਹਾਂ, ਈਡੀ ਵਾਲੇ ਮਾਮਲੇ 'ਚ ਉਸ ਸਮੇਂ ਕੋਈ ਸਿਆਸਤ ਐਸੀ ਸੀ ਕਿ ਕਈ ਵਾਰੀ ਜਦੋਂ ਅਸੀਂ ਬਹੁਤ ਥੱਲਿਓਂ ਉੱਠਦੇ ਹਾਂ ਤੇ ਇੰਨੀਆਂ ਕਾਮਯਾਬੀਆਂ ਰੱਬ ਸਾਨੂੰ ਬਖਸ਼ ਦਿੰਦਾ ਤਾਂ ਅਸੀਂ ਕਈ, ਚਾਹੇ ਉਹ ਸਾਡੇ ਨਾਲ ਹੀ ਬੈਠੇ ਹੋਣ, ਉਹਨਾਂ ਦੇ ਅੱਖਾਂ ਦੇ ਵਿੱਚ ਰੜਕਣ ਲੱਗ ਜਾਂਦੇ ਆ। ਸੋ ਫਲੋਰ ਸਾਹਿਬ ਨੇ ਬੜਾ ਥੱਲਿਓਂ ਲੈ ਕੇ ਜੀਵਨ ਸਟਾਰਟ ਕੀਤਾ ਆਪਣਾ, ਤੇ ਕਈ ਵਾਰੀ ਇੰਨੀ ਉਹਨਾਂ ਨੂੰ ਜਦੋਂ ਪੋਲੀਟੀਕਲ ਤੌਰ ਤੇ ਸਫਲਤਾ ਪ੍ਰਮਾਤਮਾ ਨੇ ਬਖਸ਼ੀ ਤਾਂ ਇੱਕ ਆਈਸ ਹੋਰ ਜਾਂ ਇੱਕ ਰੜਕਣ ਬਣ ਜਾਂਦੀ ਹੈ, ਚਾਹੇ ਉਹ ਆਪਣੀ ਪਾਰਟੀ ਹੋਵੇ ਚਾਹੇ ਬਾਹਰਲੀਆਂ ਪਾਰਟੀਆਂ ਹੋਣ। ਤਾਂ ਕਈ ਵਾਰੀ ਉਹ ਸਿਆਸਤ ਦੇ ਵਿੱਚ ਫਿਰ ਜਿਹੜੀ ਸਾਡੀ ਸੀਨੀਅਰਟੀ ਹੈ ਉਹ ਹੀ ਸਾਡੀ ਦੁਸ਼ਮਣ ਬਣ ਗਈ, ਤੇ ਜੋ ਆ ਮਹਿਕਮੇ ਆ ਵਰਤ ਕੇ ਜੇ, ਕਿਉਂਕਿ ਸਭ ਤੋਂ ਵੱਡੀ ਗੱਲ, ਚਲੋ ਹੁਣ ਤੁਹਾਡੀ ਗੱਲ 'ਚੋਂ ਬੜੀ ਵੱਡੀ ਗੱਲ ਯਾਦ ਆ ਗਈ ਕਿਉਂਕਿ ਦਿਮਾਗ 'ਚ ਨਹੀਂ ਸੀ, ਜਿਹੜਾ ਉਸ ਸਮੇਂ ਦਾ IO ਸੀ। ਚਲੋ ਇੱਕ ਹੋਰ ਵੱਡੀ ਤੁਹਾਨੂੰ ਇੱਕ ਖੁਲਾਸਾ ਕਰ ਦਿੰਦੇ ਆ, ਸ਼ਾਇਦ ਮੇਰੇ ਫਲੋਰ ਲਾਈਵ ਦੇ ਦਰਸ਼ਕਾਂ ਨੂੰ ਇਹ ਗੱਲ ਪਹੁੰਚ ਜਾਵੇ ਕਿ ਜਿਹੜਾ ਉਸ ਵੇਲੇ ਦਾ IO ਸੀ, ਇਨਵੈਸਟੀਗੇਸ਼ਨ ਕਰ ਰਿਹਾ ਸੀ ਅਫਸਰ, ਉਹ ਖੁਦ ਚਾਰਜਸ਼ੀਟ ਹੋ ਗਿਆ। ਉਹ ਚਾਰਜਸ਼ੀਟ ਕਿਉਂ ਹੋਇਆ? ਉਹਦੇ ਮਹਿਕਮੇ ਨੇ, ਈਡੀ ਨੇ ਹੀ ਉਹਨੂੰ ਚਾਰਜਸ਼ੀਟ ਕਰਤਾ। ਇਸ ਕਰਕੇ ਕਰਤਾ ਵੀ ਜਿਹੜੀ ਤੂੰ ਇਹ ਇਨਵੈਸਟੀਗੇਸ਼ਨ ਕੀਤੀ ਹੈ, ਤੇਰੇ ਕੋਲੇ ਜਿਹੜਾ ਇਹਦੇ ਵਿੱਚ ਨਜਾਇਜ਼ ਪੈਸਾ ਆਇਆ, ਤੂੰ ਕਿਸੇ ਨਾ ਕਿਸੇ ਸ਼ਖਸ ਕੋਲੋਂ ਪੈਸੇ ਲਏ ਆ, ਜਿਹੜਾ ਤੂੰ ਇੱਡਾ ਵੱਡੀ ਰਾਇਲ ਵੈਡਿੰਗ ਕੀਤੀ ਹੈ ਜਿਹਦੇ ਵਿੱਚ ਦਿਲਜੀਤ ਦੋਸਾਂਝ, ਹੋਰ ਕਲਾਕਾਰ, ਕੋਈ 4-5 ਹਜ਼ਾਰ ਦੀ ਪਲੇਟ, ਕੋਈ ਬਾਹਰੋਂ ਜਪੂਨ ਤੋਂ ਫੁੱਲ ਫਲਾਵਰ ਵੀ ਆਏ ਜੀ, ਸੋ ਸਾਊਂਡ ਵੀ ਬੜੀ ਮਹਿੰਗੀ ਦਿੱਲੀ ਤੋਂ ਆਈ ਜੀ। ਸੋ ਉਹਦੇ ਮਹਿਕਮੇ ਨੇ ਜਿਹੜਾ ਆ ਉਹਦੇ ਤੇ ਚਾਰਜ ਕਰਤਾ, ਜਿਹੜੇ ਸਾਡਾ ਇਨਵੈਸਟੀਗੇਸ਼ਨ ਕਰ ਰਿਹਾ ਸੀ। ਸੋ ਦੈਟ ਮੀਨਸ ਕਿ ਉਹਦਾ ਕੰਡਕਟ ਹੀ ਕੁਐਸਚਨੇਬਲ ਹੈ। ਫਿਰ ਜਦੋਂ ਉਹਦਾ ਕੰਡਕਟ ਉਹਦੇ ਮਹਿਕਮੇ ਨੇ ਕੁਐਸਚਨ ਮਾਰਕ ਉੱਤੇ ਖੜਾ ਕਰਤਾ ਤਾਂ ਫਿਰ ਉਹਨੇ ਮਹਿਕਮਾ ਹੀ ਸਮਝ ਗਿਆ ਵੀ ਇਹਨੇ ਜਿਹੜਾ ਇਨਵੈਸਟੀਗੇਸ਼ਨ ਹੈ ਫੇਅਰ ਨਹੀਂ ਕੀਤੀ, ਸਾਫ਼ ਨਹੀਂ ਕੀਤੀ, ਇਹਦੇ ਪਿੱਛੇ ਕੋਈ ਪੋਲੀਟੀਕਲ ਰੀਜ਼ਨ ਸੀਗੇ, ਕੋਈ ਹਿਡਨ ਇੰਟਰਸਟ ਸੀਗੇ।
ਸੋ ਉਹ ਗੱਲਾਂ ਹੁਣ ਸਾਹਮਣੇ ਆ ਗਈਆਂ ਸਾਰੀਆਂ। ਤੇ ਦੂਜਾ ਅਕਾਲ ਪੁਰਖ ਦੀ ਕਚਹਿਰੀ 'ਚ ਜਿਹੜਾ ਆ ਉਹ ਫੈਸਲਾ ਠੀਕ ਹੈ, ਜ਼ਰੂਰ ਦੇਰ ਨਾਲ ਕਈ ਵਾਰੀ ਹੁੰਦਾ ਪਰ ਹੋ ਜਾਂਦਾ। ਹੁਣ ਜਿਹੜੇ ਸਾਡੇ ਤੇ ਅਟੈਕ ਕਰਨ ਵਾਲੇ ਸੀ ਉਹ ਅੱਜ ਆਪ ਜਾਨਾਂ ਬਚਾਉਂਦੇ ਲੁਕਦੇ ਫਿਰਦੇ ਆ, ਕਦੇ ਕਿਤੇ ਫਿਰਦੇ ਆ, ਕਦੇ ਕਿਤੇ ਫਿਰਦੇ ਆ। ਹੁਣ ਜਿਹੜੇ ਲੋਕਾਂ ਦੀਆਂ ਮਨ ਦੀਆਂ ਖਾਹਿਸ਼ਾਂ ਸੀ, ਲੋਕਾਂ ਦੀਆਂ ਅਰਦਾਸਾਂ ਸੀ ਵੀ ਸਾਡੇ ਲੋਕਾਂ ਨਾਲ ਧੱਕਾ ਹੋ ਰਿਹਾ, ਉਹ ਰੱਬ ਨੇ ਸੁਣ ਲਈ ਹੈ। ਤੇ ਜਿਹੜਾ ਆ ਇੱਕ ਜਿਹੜੀ ਪਿਕਚਰ, ਸਾਫ਼ ਪਿਕਚਰ ਹੈ, ਜੋ ਟਰੁੱਥ ਹੈ, ਉਹ ਬਾਹਰ ਆ ਗਿਆ ਹੈ। ਜੇ ਦੇਖਿਆ ਜਾਵੇ ਅੱਜ ਦੇ ਹਾਲਾਤਾਂ ਦੇ ਉੱਪਰ, ਜੋ ਅੱਜ ਦੇ ਹਾਲਾਤ ਬਣੇ ਹੋਏ ਨੇ, ਜਿਸ ਤਰ੍ਹਾਂ PM ਮੋਦੀ ਸਾਹਿਬ ਦੀ ਜਿਹੜੀ ਫੇਰੀ ਦੇ ਉੱਪਰ ਉਹਨਾਂ ਨੂੰ ਇੱਥੋਂ ਵਾਪਸ ਜਾਣਾ ਪਿਆ, ਉਸ ਤੋਂ ਬਾਅਦ ਜਿਹੜੇ ਹਾਲਾਤ ਸਰਕਮਸਟੈਂਸਿਸ ਪੰਜਾਬ ਦੇ ਬਣੇ ਹੋਏ ਨੇ, ਹਰ ਜਗ੍ਹਾ ਮੁਜ਼ਾਹਰੇ ਹੋ ਰਹੇ, BJP ਮੁਜ਼ਾਹਰੇ ਕਰ ਰਹੀ ਹੈ, ਕਾਂਗਰਸ ਉਹਨੂੰ ਡਿਫੈਂਡ ਕਰ ਰਹੀ ਹੈ, ਕੀ ਲੱਗਦਾ ਇਹ ਕੀ ਹੈ ਸਾਰਾ ਮੁੱਦਾ? ਦੇਖੋ ਗੱਲ ਇਹ ਹੈ ਜੀ ਸ਼ਰਮਾ ਜੀ, ਮੈਂ ਤਾਂ ਇਸ ਗੱਲ 'ਚ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਮੈਂ ਇੱਕ ਗੱਲ ਕਰੂੰਗਾ ਵੀ ਜਿੱਥੇ ਪ੍ਰਧਾਨ ਮੰਤਰੀ ਦੀ ਗੱਲ ਆ ਜੇ ਨਾ ਜੀ, ਤੇ ਉਹਦੇ ਸਿਕਿਉਰਿਟੀ ਦੀ, ਉਹਦੇ ਪ੍ਰੋਟੋਕਾਲ ਦੀ ਗੱਲ ਆ ਜੇ, ਤਾਂ ਉੱਥੇ ਸਿਆਸਤ ਨਹੀਂ ਹੋਣੀ ਚਾਹੀਦੀ। ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਇਸ ਚੀਜ਼ ਨੂੰ ਸਾਰੀ ਵਰਲਡ ਨੇ ਦੇਖਣਾ ਹੈ, ਸਾਡਾ ਮੈਸੇਜ ਸਾਰੀ ਵਰਲਡ 'ਚ ਜਾਣਾ ਹੈ। ਤੇ ਪ੍ਰਧਾਨ ਮੰਤਰੀ ਜਿਹੜਾ ਆ ਉਹ ਸਾਡਾ ਸਭ ਤੋਂ ਇੰਪੋਰਟੈਂਟ ਪਰਸਨ ਹੁੰਦਾ ਹੈ। ਤੇ ਉਹਦੇ ਲਈ ਉਹਦੀ ਸੁਰੱਖਿਆ ਨੂੰ ਲੈ ਕੇ ਜਾਂ ਹੋਰ ਉਹਦੇ ਪ੍ਰੋਟੋਕਾਲਸ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਸਿਆਸੀ ਕੀਤੀ ਜਾਵੇ ਜਾਂ ਕੋਈ ਸਿਆਸਤ ਕੀਤੀ ਜਾਵੇ, ਮੈਂ ਇਹਨੂੰ ਸਹੀ ਨਹੀਂ ਸਮਝਦਾ। ਹਾਂ, ਜਿੱਥੇ ਕਿਤੇ ਕੁਤਾਹੀ ਹੋਈ ਹੈ ਉਹਦੀ ਪ੍ਰੋਪਰ ਸਟੇਟ ਦੀ ਸਰਕਾਰ ਵੀ ਤੇ ਸੈਂਟਰ ਦੀ ਸਰਕਾਰ ਵੀ ਇਨਕੁਆਇਰੀ ਕਰੇ। ਜੇ ਕਿਤੇ ਕੋਈ ਲੈਪਸ ਹੋਇਆ ਹੈ ਤਾਂ ਜਿਹਨਾਂ ਬੰਦਿਆਂ ਕਰਕੇ ਹੋਇਆ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ। ਅਗਰ ਕਾਂਗਰਸ ਸਰਵਨ ਸਿੰਘ ਜੀ ਨੂੰ ਫਲੋਰ ਤੋਂ ਸੀਟ ਨਹੀਂ ਦਿੰਦੀ, ਆਪਸ਼ਨਲ, ਕਿ ਤੁਸੀਂ ਕਿਸੇ ਹੋਰ ਪਾਰਟੀ 'ਚ ਜਾ ਕੇ ਇਸ ਵਾਰ ਇਲੈਕਸ਼ਨ ਲੜਨ ਦਾ ਸੋਚੋਗੇ? ਉਹ ਵਕਤ ਦੱਸੇਗਾ ਜੀ, ਕਿਉਂਕਿ ਸਾਡਾ ਤਾਂ ਮਿਸ਼ਨ ਹੈ ਵੀ ਫਲੋਰ ਦੇ ਲੋਕਾਂ ਨੂੰ ਜਿਹੜੇ ਆ ਦੋਨੇ ਪਾਸੇ ਚੋਰ ਜੇ ਖੜੇ ਹੋ ਗਏ ਹੈ, ਇਹਨਾਂ ਤੋਂ ਬਚਾਉਣਾ। ਸੋ ਉਹਦੇ ਵਾਸਤੇ ਕੋਈ ਨਾ ਕੋਈ ਸਟੈਪ ਤਾਂ ਫਿਰ ਲੈਣਾ ਪਏਗਾ, ਮੌਕਾ ਦੱਸੇਗਾ। ਹਜੇ ਕੋਈ ਇਸ ਤਰ੍ਹਾਂ ਦੇ ਹਾਲਾਤ ਬਣੇ ਨਹੀਂ, ਜੇ ਬਣ ਗਏ ਫਿਰ ਜ਼ਰੂਰ ਮੌਕਾ ਦੇਖਾਂਗੇ ਵੀ ਕੀ ਕਰਨਾ। ਜਿਸ ਤਰ੍ਹਾਂ ਕੈਪਟਨ ਦੇ ਨਾਲ ਵੈਸੇ ਤਾਂ ਚੰਨੀ ਸਾਹਿਬ ਦੇ ਵੀ ਕਲੋਜ਼ ਨੇ ਸਰਵਨ ਜੀ, ਕਿਉਂਕਿ ਅਸੀਂ ਦੇਖਦੇ ਹਾਂ ਅਕਸਰ ਸੋਸ਼ਲ ਮੀਡੀਆ 'ਤੇ ਫੋਟੋਜ਼ ਵਾਇਰਲ ਹੁੰਦੀਆਂ ਨੇ, ਤੇ ਕੈਪਟਨ ਦੇ ਵੀ ਕਲੋਜ਼ ਨੇ। ਕੀ ਹੋ ਸਕਦਾ ਕਿ ਸਰਵਨ ਸਿੰਘ ਜੀ BJP ਤੋਂ ਇਲੈਕਸ਼ਨ ਲੜ ਰਹੇ? ਦੇਖੋ ਸਿਆਸਤ ਕੋਈ ਵੀ ਚੀਜ਼ ਹੋ ਜਾਂਦੀ ਹੈ, ਕਦੋਂ ਵੀ ਹੋ ਜਾਂਦੀ ਹੈ। ਸਿਆਸਤ ਐਸੀ ਇੱਕ ਗੇਮ ਹੈ, ਇਹਦੇ ਵਿੱਚ ਪੋਸੀਬਿਲਿਟੀਜ਼ ਹਮੇਸ਼ਾ ਰਹਿੰਦੀਆਂ। ਜੋ ਆਪਾਂ ਸੋਚਦੇ ਨਹੀਂ ਉਹ ਵੀ ਸਿਆਸਤ ਦੇ ਵਿੱਚ ਹੋ ਜਾਂਦਾ। ਸੋ ਇਹ ਟਾਈਮ ਦੱਸੇਗਾ, ਪਰ ਹਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਜਿਹੜਾ ਆਪਾਂ ਕਹਿ ਦਈਏ ਕਿ ਆਸਰਾਈਆਂ ਹੁਣੇ ਤੋਂ ਹੀ ਲਾ ਕੇ ਬੈਠੀਏ। ਹਜੇ ਜਿੱਥੇ ਹੈਗੇ ਆ ਉੱਥੇ ਬੈਠੇ ਆ, ਔਰ ਮੈਨੂੰ ਆਸ ਹੈ ਪ੍ਰਮਾਤਮਾ ਕਿਰਪਾ ਕਰਨਗੇ। ਕਿਉਂਕਿ ਦੇਖੋ ਜਿਹੜੀ ਪਾਰਟੀ ਕਾਂਗਰਸ ਹੈ ਇਹ ਵੀ ਕੋਈ ਕਮਲੀ ਪਾਰਟੀ ਨਹੀਂ, ਜੇ ਆਪਾਂ ਕਹਿ ਦਈਏ ਮੂਰਖ ਨਹੀਂ ਹੈਗੇ ਇਹ। ਇਹਨਾਂ ਨੇ ਵੀ ਬੜਾ ਥੱਲੇ ਸਾਰੇ ਇਨਪੁਟਸ ਲਏ ਹੈ, ਔਰ ਇਹਨਾਂ ਨੂੰ ਵੀ ਪਤਾ ਵੀ ਹਾਲਾਤ ਕੀ ਹੈ। ਸੋ ਕਾਂਗਰਸ ਬਹੁਤ ਵਧੀਆ ਡਿਸੀਜ਼ਨ ਲਏਗੀ। ਸੋ ਜੋ ਲੋਕਾਂ ਦੇ ਹੱਕ ਦੇ ਵਿੱਚ ਹੋਏਗਾ, ਬਾਕੀ ਸਮਾਂ ਦੱਸੇ। ਤੁਹਾਡਾ ਕੌਨਫੀਡੈਂਸ ਲੈਵਲ ਇਹੀ ਦੱਸ ਰਿਹਾ ਕਿ ਸਰਦਾਰ ਸਰਵਨ ਸਿੰਘ ਨੂੰ ਸੀਟ ਮਿਲਣ ਵਾਲੀ ਹੈ ਕਾਂਗਰਸ ਤੋਂ? ਤੇ ਕੌਨਫੀਡੈਂਸ ਤਾਂ ਚਲੋ ਪ੍ਰਮਾਤਮਾ ਨੇ ਬਖਸ਼ਿਆ ਵੀ ਚੜ੍ਹਦੀ ਕਲਾ 'ਚ ਰਹਿਣਾ ਹਮੇਸ਼ਾ, ਤੋ ਕੌਨਫੀਡੈਂਸ ਤਾਂ ਉਹਦੇ ਵੱਲੋਂ ਹੀ ਬਖਸ਼ਿਆ ਆ, ਕਿਉਂਕਿ ਸਾਨੂੰ ਆਪਣੇ ਕੰਮ ਤੇ ਵਿਸ਼ਵਾਸ ਹੈ ਤੇ ਲੋਕਾਂ ਤੇ ਬੜਾ ਵਿਸ਼ਵਾਸ ਹੈ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਲੋਕਾਂ ਦੇ ਨਾਲ ਪਿਆਰ, ਮੋਹ, ਸਤਿਕਾਰ, ਉਹਦੇ ਤੇ ਬੜਾ ਵਿਸ਼ਵਾਸ ਹੈ। ਉਹ ਕੌਨਫੀਡੈਂਸ ਉੱਥੋਂ ਆਉਂਦਾ। ਕੀ ਕਹਿਣਾ ਚਾਹੋਗੇ ਸਾਡੇ ਫਲੋਰ ਲਾਈਵ ਦੇ ਦਰਸ਼ਕਾਂ ਨੂੰ, ਅਗਰ ਸਰਦਾਰ ਸਰਵਨ ਸਿੰਘ ਜੀ ਨੂੰ ਫਲੋਰ ਤੋਂ ਕਾਂਗਰਸ ਦੀ ਸੀਟ ਮਿਲਦੀ ਹੈ ਤਾਂ ਕੀ ਮੈਸੇਜ ਹੈ ਸਾਡੇ ਫਲੋਰ ਲਾਈਵ ਦੇ ਦਰਸ਼ਕਾਂ ਲਈ? ਦੇਖੋ ਸਭ ਤੋਂ ਵੱਡੀ ਗੱਲ ਤਾਂ ਜੇ ਫਲੋਰ ਸਾਹਿਬ ਲੜਦੇ ਆ ਇੱਥੋਂ, ਤਾਂ ਫਿਰ ਉਹ ਫਲੋਰ ਸਾਹਿਬ ਨਹੀਂ ਲੜ ਰਹੇ, ਉਹ ਸਾਰੇ ਜਿੰਨੇ ਸਾਡੇ ਵੀਰ ਭੈਣਾਂ ਭਰਾ ਉਹ ਆਪ ਹੀ ਲੜ ਰਹੇ ਆ। ਕਿਉਂਕਿ ਫਲੋਰ ਸਾਹਿਬ ਨੇ ਜਦੋਂ ਵੀ ਲੋਕਾਂ ਨੇ ਉਹਨਾਂ ਨੂੰ ਤਾਕਤ ਬਖਸ਼ੀ, ਕੋਈ ਉਹਨਾਂ ਨੇ MLA ਬਣ ਕੇ ਨਹੀਂ ਕੰਮ ਕੀਤਾ, ਇਸੇ ਕਰਕੇ ਉਹਨਾਂ ਨੂੰ 5-6 ਵਾਰੀ ਬਣਾਇਆ ਲੋਕਾਂ ਨੇ। ਉਹ ਫਿਰ MLA ਵਾਲੀ ਤਾਕਤ ਤਾਂ ਉਹ ਸਾਰੇ ਪਰਿਵਾਰਾਂ 'ਚ ਹੀ ਹੁੰਦੀ ਹੈ ਜੀ। ਉਹ ਹਰ ਬੰਦਾ ਆਪਣੇ ਆਪ ਨੂੰ ਸੇਫ ਸਮਝਦਾ, ਆਪਣੇ ਆਪ ਨੂੰ MLA ਸਮਝਦਾ। ਸੋ ਇਸੇ ਤਰ੍ਹਾਂ ਦਾ ਇੱਕ ਇਨਸਾਫ ਦਾ ਰਾਜ, ਇੱਕ ਲੋਕਾਂ ਦਾ ਰਾਜ, ਇੱਕ ਹਰ ਬੰਦੇ ਨੂੰ ਆਪਣੇ ਆਪ 'ਚ ਸਿਕਿਉਰਿਟੀ ਦਾ ਰਾਜ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਪੂਰੀ ਕੀਤੀ ਜਾਊਗੀ। ਤੇ ਓਵਰਆਲ ਡਿਵੈਲਪਮੈਂਟ ਜਿਹੜੀ ਹੈ ਉਹ ਹਲਕੇ ਦੀ ਕਿਸ ਤਰ੍ਹਾਂ ਕਰਨੀ ਹੈ, ਕੀ ਹੈ, ਕੁਛ ਮਨ ਦੇ ਵਿੱਚ ਵੀ ਹੈਗੀਆਂ, ਕੁਛ ਗੱਲਾਂ ਰੱਖੀਆਂ ਹੋਈਆਂ ਆ, ਉਹ ਲਿਆ ਕੇ ਅੱਗੇ ਲਿਆਵਾਂਗੇ। ਕਿਉਂਕਿ ਪਿਛਲੇ ਕੁਛ ਸਮੇਂ ਤੋਂ ਜੋ ਗੱਲਾਂ ਤੁਸੀਂ ਹੁਣ ਵੀ ਸਾਂਝੀਆਂ ਕਰ ਸਕਦੇ ਸਾਡੇ ਦਰਸ਼ਕਾਂ ਨਹੀਂ, ਉਹ ਕਰਾਂਗੇ ਮੌਕੇ ਤੇ। ਮੈਂ ਉਹ ਮੈਨੀਫੈਸਟੋ ਦੇ ਰੂਪ 'ਚ ਹੀ ਕਰਾਂਗੇ ਵੀ ਕੀ ਹੋਣ ਵਾਲਾ ਆ ਏਰੀਆ ਦੇ ਵਿੱਚ। ਜਿੱਦਾਂ ਕਈ ਚੀਜ਼ਾਂ ਦੀਆਂ ਡਿਮਾਂਡਸ ਨੇ ਅਲੱਗ-ਅਲੱਗ, ਸਾਡੇ ਸੈਕਸ਼ਨਸ ਆਫ ਸੁਸਾਇਟੀ ਦੀਆਂ, ਟ੍ਰੇਡਰਸ ਦੀਆਂ ਅਲੱਗ ਨੇ, ਸਾਡੇ ਨੌਜਵਾਨਾਂ ਦੀਆਂ ਅਲੱਗ ਨੇ, ਸਾਡੇ ਇੰਡਸਟਰੀਅਲ ਭਰਾਵਾਂ ਦੀਆਂ ਅਲੱਗ ਨੇ,
ਤੇ ਇਸ ਤਰ੍ਹਾਂ ਸਾਡੇ ਗਰੀਬ ਬੱਚਿਆਂ ਦੀਆਂ ਅਲੱਗ ਨੇ। ਸੋ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇੱਕ ਵਧੀਆ ਪ੍ਰਮਾਤਮਾ ਕਿਰਪਾ ਕਰਨਗੇ ਤਾਂ ਇੱਕ ਵਧੀਆ ਜਿਹੜਾ ਹੈ ਸ਼ਾਸਨ ਦੇਣ ਦੀ ਕੋਸ਼ਿਸ਼। ਕਦੋਂ ਤੱਕ ਉਮੀਦ ਹੈ ਕਿ ਕਾਂਗਰਸ ਦੀ ਪਹਿਲੀ ਲਿਸਟ ਜਾਰੀ ਹੋ ਜਾਏਗੀ? ਇਹ ਮੈਨੂੰ ਲੱਗਦਾ ਜੀ ਹੁਣ ਥੋੜੇ ਦਿਨਾਂ 'ਚ ਹੀ ਫੈਸਲੇ ਆ ਜਾਣਗੇ ਸਾਹਮਣੇ। ਬਾਕੀ ਤਾਂ ਪਤਾ ਨਹੀਂ ਹੁੰਦਾ ਪਾਰਟੀਆਂ ਦਾ ਕਿਉਂਕਿ ਕੀ ਹੋ ਜੇ ਮੌਕੇ ਤੇ, ਬਟ ਮੈਨੂੰ ਲੱਗਦਾ ਵੀ ਥੋੜੇ ਦਿਨਾਂ 'ਚ ਇਹ ਫੈਸਲੇ ਆ ਜਾਣਗੇ। ਇਸ ਤਰ੍ਹਾਂ ਦਮਨਵੀਰ ਸਿੰਘ ਦੀ ਫਲੋਰ, ਜਿਨ੍ਹਾਂ ਨੇ ਸਾਡੇ ਨਾਲ ਫਲੋਰ ਲਾਈਵ ਨਾਲ ਆਪਣੇ ਜਿਹੜਾ ਆ ਗੱਲਾਂ ਸ਼ੇਅਰ ਕੀਤੀਆਂ, ਆਪਣਾ ਮਨ ਦੀ ਗੱਲ ਦੱਸੀ, ਔਰ ਜਿਸ ਤਰ੍ਹਾਂ ਦਾ ਉਹਨਾਂ ਦਾ એનર્ਜੀ ਲੈਵਲ ਹੈ, ਜੋ ਕੌਨਫੀਡੈਂਸ ਲੈਵਲ ਹੈ, ਲੱਗਦਾ ਕਿ ਇਸ ਵਾਰ ਕੁਛ ਨਾ ਕੁਛ ਫਲੋਰ 'ਚ ਚੇਂਜ ਹੋਣ ਜਾ ਰਿਹਾ। ਫਲੋਰ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਔਰ ਸਾਡੀ ਟੀਮ ਵੱਲੋਂ ਦਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।